ਹਫ਼ਤੇ ਭਰ ਦੀਆਂ ਕੁਝ ਖਾਸ ਵੱਡੀਆਂ ਖਬਰਾਂ ਦੇ ਨਾਲ ਮੈਂ ਹਾਂ ਮਨਿੰਦਰ ਗਰੇਵਾਲ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ। ਪ੍ਰੋਗਰਾਮ ਪਸੰਦ ਆਏ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਸੈਕਸ਼ਨ ਵਿੱਚ ਆਪਣੇ ਸੁਝਾਅ ਦੇਣਾ ਨਾ ਭੁੱਲਣਾ। ਫੈਡਰਲ ਸਰਕਾਰ ਨੇ ਕੀਤੀਆਂ ਐਮਪਲੋਇਮੈਂਟ ਇੰਸ਼ੋਰੈਂਸ ਦੀਆਂ ਸ਼ਰਤਾਂ ਨਰਮ। ਵੀ ਚੈਰਿਟੀ ਮਾਮਲੇ ਤੇ ਫੈਡਰਲ ਸਰਕਾਰ ਹੈ ਚੁੱਪ, ਪਰ ਵੀ ਚੈਰਿਟੀ ਦਾ ਬੁਰਾ ਹਾਲ। ਭਾਰਤੀ ਜਮੈਕਨ ਮੂਲ ਦੀ ਸਿਆਸਤਦਾਨ ਰਚ ਸਕਦੀ ਹੈ ਇਤਿਹਾਸ। US ਦੀ ਪਹਿਲੀ ਗੈਰ ਵਾਈਟ ਵਾਈਸ ਪ੍ਰੈਜ਼ੀਡੈਂਟ ਹੋ ਸਕਦੀ ਹੈ ਕਮਲਾ ਹੈਰਿਸ। ਫੈਡਰਲ ਸਰਕਾਰ ਨੇ ਇੰਪਲੋਇਮੈਂਟ ਇੰਸ਼ੋਰੈਂਸ ਪ੍ਰੋਗਰਾਮ ਜਾਂ EI ਵਿੱਚ ਆਰਜ਼ੀ ਤਬਦੀਲੀਆਂ ਕਰ ਦਿੱਤੀਆਂ ਨੇ। CERB ਤੋਂ EI ਤੇ ਵਾਪਸ ਜਾ ਰਹੇ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਤਬਦੀਲੀਆਂ ਕੀਤੀਆਂ ਗਈਆਂ ਨੇ। Our goal is to transition everyone on the CERB to employment insurance because EI should cover every Canadian who's looking for work. ਐਲੀਜੀਬਲ ਪਾਏ ਜਾਣ ਵਾਸਤੇ ਹੁਣ ਇੰਸ਼ੋਰੇਬਲ ਘੰਟੇ ਪਹਿਲਾਂ ਵਾਂਗ 420 ਤੋਂ 700 ਨਹੀਂ, ਸਿਰਫ 420 ਹੀ ਹੁਣੇ ਕਾਫੀ ਹੋਣਗੇ। ਕਵਰੇਜ ਵੀ ਪਹਿਲਾਂ ਵਾਂਗ 14 ਹਫ਼ਤਿਆਂ ਦੀ ਨਹੀਂ ਸਗੋਂ 26 ਹਫ਼ਤਿਆਂ ਦੀ ਹੋਏਗੀ। ਉਹ ਲੋਕ ਜੋ CRB ਤੇ ਸਨ ਤੇ ਹਾਲੇ ਤੱਕ ਕੰਮ ਨਹੀਂ ਮਿਲਿਆ, ਉਹ EI ਲਈ ਅਪਲਾਈ ਕਰਨ ਲੱਗਿਆਂ ਇਸ ਦਾ ਫਾਇਦਾ ਲੈ ਸਕਣਗੇ। ਦੇਸ਼ ਦੇ 7000 ਤੋਂ ਵੱਧ ਬਿਜ਼ਨਸ ਮਾਲਕਾਂ ਨੇ ਫੈਡਰਲ ਸਰਕਾਰ ਨੂੰ ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ ਪ੍ਰੋਗਰਾਮ ਵਿੱਚ ਸੁਧਾਰ ਕਰਨ ਨੂੰ ਕਿਹਾ ਹੈ। ਇਸ ਪ੍ਰੋਗਰਾਮ ਤਹਿਤ ਦਰਅਸਲ $40,000 ਦੀ ਇੰਟਰਸਟ ਫ੍ਰੀ ਰਕਮ ਮਿਲਦੀ ਹੈ, ਪਰ ਜਿਹੜੇ ਛੋਟੇ ਵਪਾਰਕ ਅਦਾਰਿਆਂ ਦਾ ਬਿਜ਼ਨਸ ਬੈਂਕ ਖਾਤਾ ਨਹੀਂ ਹੈ ਜਾਂ ਪੇਰੋਲਸ ਨਹੀਂ ਹਨ, ਉਹ ਇਸ ਵਾਸਤੇ ਯੋਗ ਹੀ ਨਹੀਂ ਪਾਏ ਜਾ ਰਹੇ। ਸੋ ਯੋਗਤਾ ਦਾ ਘੇਰਾ ਵਧਾਉਣ ਦੇ ਨਾਲ ਰਕਮ ਵਧਾ ਕੇ $60,000 ਕਰਨ ਅਤੇ ਇਸ ਵਿੱਚੋਂ $30,000 ਦੀ ਅਦਾਇਗੀ ਮਾਫ ਕਰਨ ਦੀ ਮੰਗ ਰੱਖੀ ਗਈ ਹੈ। ਕੈਨੇਡਾ ਸਟੂਡੈਂਟ ਸਰਵਿਸ ਗ੍ਰਾਂਟ ਪ੍ਰੋਗਰਾਮ ਕਾਰਨ ਵਿਵਾਦਾਂ ਵਿੱਚ ਘਿਰੀ ਸੰਸਥਾ ਵੀ ਚੈਰਿਟੀ ਦੇ ਮਾੜੇ ਦਿਨ ਚੱਲ ਰਹੇ ਨੇ। COVID-19 ਨੂੰ ਕਾਰਨ ਦੱਸ ਕੇ ਵੀ ਚੈਰਿਟੀ ਟੋਰਾਂਟੋ ਵਿੱਚ ਪ੍ਰਾਪਰਟੀਜ਼ ਵੇਚ ਰਹੀ ਹੈ। UK ਦਫ਼ਤਰ ਵਾਲਾ ਕੰਮ ਹੁਣ ਟੋਰਾਂਟੋ ਤੋਂ ਚੱਲੇਗਾ। ਟੋਰਾਂਟੋ ਵਿਚਲੇ 22 ਫੁੱਲ ਟਾਈਮ ਕਰਮਚਾਰੀ ਕੱਢੇ ਜਾ ਰਹੇ ਨੇ। 59 ਕਰਮਚਾਰੀਆਂ ਦਾ ਇਸ ਮਹੀਨੇ ਤੋਂ ਬਾਅਦ ਕੰਟਰੈਕਟ ਹੀ ਰੀਨਿਊ ਨਹੀਂ ਹੋਏਗਾ ਤੇ ਲੰਡਨ ਵਾਲੇ ਸਾਰੇ ਸਟਾਫ ਦੀ ਛੁੱਟੀ। ਲੇਬਰ ਫੋਰਸ ਸਰਵੇ ਵੱਲੋਂ ਜਾਰੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਸਾਲ COVID-19 ਦੀ ਵਜ੍ਹਾ ਨਾਲ ਮਾਰਚ-ਅਪ੍ਰੈਲ ਤੱਕ 30 ਲੱਖ ਨੌਕਰੀਆਂ ਚਲੀਆਂ ਗਈਆਂ ਸਨ, ਜਿਨ੍ਹਾਂ ਵਿੱਚੋਂ 55% ਵਾਪਸ ਆ ਗਈਆਂ ਨੇ ਤੇ ਇਹ ਸਿਲਸਿਲਾ ਜਾਰੀ ਹੈ। ਹੋਰ ਜਾਣਕਾਰੀ ਲੈਂਦੇ ਹਾਂ ਰੈਡ FM ਦੇ ਨਿਊਜ਼ ਡਾਇਰੈਕਟਰ ਰਿਸ਼ੀ ਨਾਗਰ ਤੋਂ। ਮਨਿੰਦਰ ਜੀ, ਕੈਨੇਡਾ ਵਿੱਚ ਜੁਲਾਈ ਮਹੀਨੇ ਦੇ ਦੌਰਾਨ 4,19,000 ਨੌਕਰੀਆਂ ਵਾਪਸ ਪਰਤੀਆਂ ਨੇ ਤੇ ਪਿਛਲੇ ਮਹੀਨੇ ਦੇ ਮੁਕਾਬਲੇ ਇਹਦੇ ਵਿੱਚ 2.4% ਦਾ ਇਜ਼ਾਫਾ ਹੋਇਆ ਹੈ। ਜੂਨ ਮਹੀਨੇ ਵਿੱਚ ਵਾਧਾ ਦਰ 5.8% ਰਹੀ ਸੀ ਤੇ ਸਟੈਟਸ ਕੈਨੇਡਾ ਦੀ ਹਾਲੀਆ ਰਿਪੋਰਟ ਦੱਸਦੀ ਹੈ ਕਿ ਕਰੋਨਾ ਵਾਇਰਸ ਕਰਕੇ ਨੌਕਰੀਆਂ ਵਿੱਚ ਆਈ ਤੇਜ਼ੀ ਦੀ ਗਿਰਾਵਟ ਹੁਣ ਹੌਲੀ-ਹੌਲੀ ਸੁਧਾਰ ਵੱਲ ਨੂੰ ਵਧਣ ਲੱਗੀ ਹੈ ਤੇ ਇਸ ਵਿੱਚ ਤੇਜ਼ ਵਾਪਸੀ ਵੀ ਹੋ ਰਹੀ ਹੈ ਕਿਸੇ ਜਗ੍ਹਾ ਤੇ। ਜਿਹੜੀਆਂ ਨੌਕਰੀਆਂ ਵਾਪਸ ਆਈਆਂ ਨੇ ਉਹਨਾਂ ਵਿੱਚੋਂ ਬਹੁਤੀਆਂ ਪਾਰਟ ਟਾਈਮ ਨੇ ਤੇ ਜੁਲਾਈ ਵਿੱਚ 3,45,000 ਪਾਰਟ ਟਾਈਮ ਜੌਬਸ ਆਈਆਂ ਨੇ, 73,000 ਫੁੱਲ ਟਾਈਮ ਜੌਬਸ ਦਰਜ ਹੋਈਆਂ ਨੇ। ਜੁਲਾਈ ਵਿੱਚ ਔਰਤਾਂ ਦੀ ਹਾਇਰਿੰਗ ਮਰਦਾਂ ਦੇ ਮੁਕਾਬਲੇ ਜ਼ਿਆਦਾ ਦਰਜ ਕੀਤੀ ਗਈ ਹੈ ਤੇ ਕਰੋਨਾ ਵਾਇਰਸ ਦੀ ਕਰੋਪੀ ਨੇ ਔਰਤਾਂ, ਰੇਸ਼ੀਅਲਾਈਜ਼ਡ ਲੋਕਾਂ, LGBTQ ਤੇ ਇਮੀਗ੍ਰੈਂਟਸ ਨੂੰ ਬਹੁਤ ਜ਼ਿਆਦਾ ਇੰਪੈਕਟ ਕੀਤਾ ਹੈ। ਭਾਵੇਂ ਕਿ ਬੇਰੁਜ਼ਗਾਰੀ ਦੀ ਦਰ ਘਟ ਕੇ 10.9% ਤੇ ਆ ਗਈ ਹੈ, ਫਿਰ ਵੀ 22 ਲੱਖ ਲੋਕ ਅਜੇ ਵੀ ਕੈਨੇਡਾ ਭਰ ਵਿੱਚ ਬੇਰੁਜ਼ਗਾਰ ਨੇ। ਸਾਊਥ ਏਸ਼ੀਅਨਸ ਵਿੱਚ 17.8%, ਅਰਬਜ਼ ਵਿੱਚ 17.3% ਤੇ ਕਾਲੇ ਮੂਲ ਦੇ ਲੋਕਾਂ ਵਿੱਚ 16.8% ਬੇਰੁਜ਼ਗਾਰੀ ਦੀ ਦਰ ਰਿਕਾਰਡ ਕੀਤੀ ਗਈ ਹੈ। ਅਜਿਹਾ ਇਸ ਕਰਕੇ ਦੱਸਿਆ ਜਾ ਰਿਹਾ ਹੈ ਕਿ ਲੋਕ ਆਮ ਤੌਰ ਤੇ ਇੱਕੋ ਤਰ੍ਹਾਂ ਦੇ ਕਾਰੋਬਾਰ ਵਿੱਚ ਵੱਧ ਸ਼ਾਮਲ ਰਹਿੰਦੇ ਨੇ। ਜੀ ਰਿਚੀ ਜੀ, ਸ਼ੁਕਰੀਆ ਇਸ ਸਾਰੀ ਜਾਣਕਾਰੀ ਦੇ ਲਈ। ਧੰਨਵਾਦ। US ਵਿੱਚ ਰਾਸ਼ਟਰਪਤੀ ਦੀ ਚੋਣ ਵਾਸਤੇ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਸਾਬਕਾ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਭਾਰਤੀ ਜਮੈਕਨ ਮੂਲ ਦੀ ਸੰਸਦ ਮੈਂਬਰ ਕਮਲਾ ਹੈਰਿਸ ਨੂੰ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਲਈ ਨਾਮਜ਼ਦ ਕੀਤਾ ਹੈ। ਇਸ ਅਹੁਦੇ ਵਾਸਤੇ ਚੋਣ ਲੜਨ ਵਾਲੀ ਕਮਲਾ ਹੈਰਿਸ ਪਹਿਲੀ ਬਲੈਕ ਔਰਤ ਹੋਏਗੀ। ਅਮਰੀਕਾ ਦੀਆਂ ਦੋਵੇਂ ਰਾਜਨੀਤਿਕ ਪਾਰਟੀਆਂ ਵੱਲੋਂ ਕਿਸੇ ਗੈਰ ਗੋਰੇ ਮੂਲ ਦੀ ਔਰਤ ਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਨਹੀਂ ਬਣਾਇਆ ਗਿਆ। ਕਮਲਾ ਹੈਰਿਸ ਕੈਲੀਫੋਰਨੀਆ ਤੋਂ ਸੰਸਦ ਮੈਂਬਰ ਨੇ। ਉਹ ਪਹਿਲਾਂ ਅਟਾਰਨੀ ਜਨਰਲ ਵੀ ਰਹਿ ਚੁੱਕੇ ਨੇ। ਹੈਰਿਸ ਨੂੰ ਨਾਮਜ਼ਦ ਕਰਨ ਦੇ 24 ਘੰਟਿਆਂ ਦੇ ਅੰਦਰ ਹੀ ਬਾਈਡਨ ਦੇ ਕੈਂਪੇਨ ਨੂੰ $26 ਮਿਲੀਅਨ ਅਮਰੀਕੀ ਡਾਲਰ ਦੀ ਫੰਡਿੰਗ ਹਾਸਲ ਹੋਈ ਹੈ। ਰੂਸ ਨੇ COVID-19 ਦਾ ਤੋੜ ਲੱਭ ਹੋਣ ਦਾ ਦਾਅਵਾ ਕੀਤਾ ਹੈ। 2 ਮਹੀਨਿਆਂ ਦੇ ਅੰਦਰ ਸਪੁਤਨਿਕ V ਨਾਮਕ ਇਹ ਵੈਕਸੀਨ ਰੂਸ ਨੇ ਇਜਾਦ ਵੀ ਕਰ ਲਿਆ ਤੇ ਮਨੁੱਖੀ ਟ੍ਰਾਇਲ ਦੇ 3 ਫੇਜ਼ ਵੀ ਪਾਰ ਕਰ ਲਿਆ, ਜੋ ਆਪਣੇ ਆਪ ਵਿੱਚ ਇੱਕ ਕਰਿਸ਼ਮਾ ਕਿਹਾ ਜਾ ਸਕਦਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਮੁਤਾਬਕ 20 ਮੁਲਕ 1 ਬਿਲੀਅਨ ਦੇ ਕਰੀਬ ਡੋਜ਼ਸ ਆਰਡਰ ਵੀ ਕਰ ਚੁੱਕੇ ਨੇ ਤੇ ਉਹਨਾਂ ਦੀ ਆਪਣੀ ਬੇਟੀ ਨੇ ਵੀ ਇਹ ਡੋਜ਼ ਲਈ ਹੈ। ਹਾਲਾਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਸ ਟੀਕੇ ਨੂੰ ਮਾਨਤਾ ਨਹੀਂ ਦਿੱਤੀ ਤੇ US, ਕੈਨੇਡਾ ਅਤੇ ਹੋਰ ਯੂਰਪੀਅਨ ਮੁਲਕਾਂ ਦੀ ਕਿੰਤੂ ਪਰੰਤੂ ਤੋਂ ਬਾਅਦ ਫਿਲੀਪੀਨਸ ਦੇ ਰਾਸ਼ਟਰਪਤੀ ਰੋਡਰਿਗੋ ਦੁਤਰਤੇ ਨੇ ਦਲੇਰੀ ਵਿਖਾਉਂਦੇ ਹੋਏ ਕਿਹਾ ਕਿ ਉਹ ਇਹ ਟੀਕਾ ਜਨਤਾ ਦੇ ਸਾਹਮਣੇ ਲਵਾ ਕੇ ਵਿਖਾਉਣਗੇ।
4 ਅਗਸਤ ਨੂੰ ਲੈਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਹੋਏ ਧਮਾਕੇ ਨੇ ਪਹਿਲਾਂ ਤੋਂ ਕਮਜ਼ੋਰ ਦੇਸ਼ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਨੇ। ਸਰਕਾਰ ਜਨਤਾ ਦਾ ਗੁੱਸਾ ਨਾ ਸਹਾਰਦਿਆਂ ਇਸਤੀਫਾ ਦੇ ਗਈ ਹੈ, ਪਰ ਬੇਸਹਾਰਾ ਹੋਈ ਜਨਤਾ ਦੀ ਮੁਸ਼ਕਿਲ ਸਿਰਫ ਲੁੱਟੀ ਹੋਈ ਇਕਨੋਮੀ, ਭ੍ਰਸ਼ਟਾਚਾਰ, ਬੇਰੁਜ਼ਗਾਰੀ ਤੇ 15 ਲੱਖ ਸੀਰੀਆਈ ਸ਼ਰਨਾਰਥੀਆਂ ਦਾ ਬੋਝ ਹੀ ਨਹੀਂ ਹੈ, ਹੈਲਥ ਕੇਅਰ ਵੀ ਹੈ। ਧਮਾਕੇ ਵਿੱਚ ਬੇਰੂਤ ਦੇ 3 ਹਸਪਤਾਲ ਨੁਕਸਾਨੇ ਗਏ ਨੇ ਤੇ ਬਾਕੀਆਂ ਵਿੱਚ ਉਹ 6000 ਭਰਤੀ ਨੇ ਜੋ ਇਸ ਧਮਾਕੇ ਵਿੱਚ ਜ਼ਖਮੀ ਹੋਏ ਸਨ। ਅਜਿਹੇ ਵਿੱਚ ਬਾਕੀ ਮਰੀਜ਼ ਕਿੱਥੇ ਜਾਣ ਉਹਨਾਂ ਨੂੰ ਪਤਾ ਨਹੀਂ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਅਸੈਸਮੈਂਟ ਰਿਪੋਰਟ ਕਹਿੰਦੀ ਹੈ ਕਿ 55 ਹੈਲਥ ਕੇਅਰ ਫੈਸਿਲਿਟੀਜ਼ ਬੇਰੂਤ ਵਿੱਚ ਹੈਗੀਆਂ ਨੇ, ਜਿਨ੍ਹਾਂ ਵਿੱਚੋਂ ਅੱਧੀਆਂ ਬੰਦ ਪਈਆਂ ਨੇ। ਅਮਰੀਕਨ ਜਰਨਲ ਆਫ ਟ੍ਰੋਪੀਕਲ ਮੈਡੀਸਿਨ ਐਂਡ ਹਾਈਜੀਨ ਵਿੱਚ ਛਪੀ ਸਟੱਡੀ ਮੁਤਾਬਕ ਇਸ ਸਾਲ ਦੇ ਪਹਿਲੇ 3 ਮਹੀਨਿਆਂ ਦੌਰਾਨ 800 ਤੋਂ ਵੱਧ ਜ਼ਿੰਦਗੀਆਂ ਇੰਟਰਨੈਟ ਤੇ ਪ੍ਰਚਾਰੇ ਜਾ ਰਹੇ ਕੋਵਿਡ-19 ਦੇ ਇਲਾਜ ਜਾਂ ਨੁਸਖਿਆਂ ਦੀ ਭੇਂਟ ਚੜ੍ਹ ਗਈਆਂ। ਕਿਸੇ ਨੇ ਲੋੜੋਂ ਵੱਧ ਲਸਣ ਖਾ ਲਿਆ, ਕਿਸੇ ਨੇ ਡਿਸਇਨਫੈਕਟੈਂਟਸ ਦਾ ਟੀਕਾ ਲਾ ਲਿਆ, ਕੋਈ ਗਊ ਮੂਤਰ ਪੀ ਕੇ ਬਿਮਾਰ ਹੋ ਗਿਆ ਤੇ ਕੋਈ ਬਲੀਚ ਪੀ ਕੇ ਮਾਰਿਆ ਗਿਆ। 6000 ਤੋਂ ਵੱਧ ਲੋਕ ਹਸਪਤਾਲਾਂ ਵਿੱਚ ਕੋਵਿਡ-19 ਦੀ ਥਾਂ ਉਸ ਦਾ ਉਪਚਾਰ ਕਰਨ ਦੇ ਚੱਕਰ ਵਿੱਚ ਪਹੁੰਚ ਗਏ ਤੇ ਹੁਣ ਜਦੋਂ ਅਸਲ ਇਲਾਜ ਯਾਨੀ ਵੈਕਸੀਨ ਲੱਭਿਆ ਜਾ ਰਿਹਾ ਹੈ ਤਾਂ 28% ਅਮਰੀਕੀਆਂ ਨੂੰ ਸ਼ੱਕ ਹੈ ਕਿ ਵੈਕਸੀਨ ਦੇ ਬਹਾਨੇ ਮਾਈਕਰੋਸਾਫਟ ਕੰਪਨੀ ਉਹਨਾਂ ਦੇ ਸਰੀਰ ਵਿੱਚ ਮਾਈਕਰੋਚਿਪਸ ਪਾ ਦੇਗੀ। ਤੇ ਹੁਣ ਕੁਝ ਖਬਰਾਂ ਸੰਖੇਪ ਵਿੱਚ। ਇਹ ਹਫ਼ਤਾ ਸੋਮਵਾਰ ਜਿਹਾ ਰਿਹਾ। ਸਕਾਟਲੈਂਡ ਵਿੱਚ ਬੁੱਧਵਾਰ ਸਵੇਰੇ ਪੇਂਡੂ ਇਲਾਕੇ ਸਟੋਨ ਹੈਵਨ ਨੇੜੇ ਇੱਕ ਟ੍ਰੇਨ ਹੜ੍ਹਾਂ ਕਾਰਨ ਖਿਸਕੀ ਮਿੱਟੀ ਕਰਕੇ ਪਟੜੀ ਤੋਂ ਲੈ ਗਈ। An extremely serious incident on the rail line west of Stonehaven, where a ScotRail passenger train derailed earlier this morning. The emergency services are currently on site and a major incident has been declared. I have just come off a call with Network Rail and the emergency services, and although details are still emerging, I am afraid to say that there are early reports of serious injuries. ਲੀਹੋਲਥੀ ਇਸ ਟ੍ਰੇਨ ਵਿੱਚ ਸਵਾਰ 3 ਵਿਅਕਤੀ ਮਾਰੇ ਗਏ ਤੇ 6 ਜ਼ਖਮੀ ਹੋ ਗਏ ਨੇ। ਭਾਰਤੀ ਆਈਟੀ ਹੱਬ ਬੈਂਗਲੌਰ ਵਿੱਚ ਮੰਗਲਵਾਰ ਸ਼ਾਮ ਹਜ਼ਰਤ ਮੁਹੰਮਦ ਖਿਲਾਫ ਕਾਂਗਰਸ ਐਮਐਲਏ ਅਖੰਡ ਸ਼੍ਰੀਨਿਵਾਸ ਮੂਰਤੀ ਵੱਲੋਂ ਕੀਤੀ ਇੱਕ ਫੇਸਬੁੱਕ ਪੋਸਟ ਕਰਕੇ ਦੰਗੇ ਭੜਕ ਗਏ, ਜਿਨ੍ਹਾਂ ਵਿੱਚ 3 ਜਾਨਾਂ ਚਲੀਆਂ ਗਈਆਂ ਤੇ 100 ਲੋਕ ਗ੍ਰਿਫਤਾਰ ਹੋਏ। 5 ਘੰਟੇ ਚੱਲੇ ਇਹਨਾਂ ਦੰਗਿਆਂ ਦੌਰਾਨ ਭੀੜ ਨੇ ਸ਼੍ਰੀਨਿਵਾਸ ਮੂਰਤੀ ਦੇ ਘਰ ਦੇ ਬਾਹਰ ਗੱਡੀਆਂ ਨੂੰ ਅੱਗ ਲਾਈ। ਪੁਲਿਸ ਸਟੇਸ਼ਨ ਦੇ ਬਾਹਰ ਵੀ ਅਗਜ਼ਨੀ ਹੋਈ ਤੇ 60 ਪੁਲਿਸ ਕਰਮੀ ਜ਼ਖਮੀ ਹੋ ਗਏ। ਦੁਬਈ ਵਿੱਚ ਫਸੇ ਹੋਏ ਭਾਰਤੀਆਂ ਨੂੰ ਦੇਸ਼ ਵਾਪਸ ਲਿਆ ਰਿਹਾ 에ਅਰ ਇੰਡੀਆ ਐਕਸਪ੍ਰੈਸ ਹਵਾਈ ਜਹਾਜ਼ ਕੇਰਲ ਦੇ ਕੋਜ਼ੀਕੋਡ ਵਿੱਚ ਰਨਵੇ ਪਾਰ ਕਰਕੇ ਅਗਾਂਹ ਲੰਘ ਗਿਆ ਤੇ 35 ਫੀਟ ਗਹਿਰੀ ਖਾਈ ਵਿੱਚ ਜਾ ਡਿੱਗਾ ਤੇ ਇਸ ਤੋਂ ਬਾਅਦ ਇਸ ਦੇ 2 ਟੁਕੜੇ ਹੋ ਗਏ। ਇਸ ਹਾਦਸੇ ਵਿੱਚ ਦੋਵੇਂ ਪਾਇਲਟ ਮਾਰੇ ਗਏ ਤੇ 16 ਯਾਤਰੀਆਂ ਦੀਆਂ ਜਾਨਾਂ ਗਈਆਂ। ਮਰਨ ਵਾਲਿਆਂ ਵਿੱਚ ਜ਼ਿਆਦਾ ਛੋਟੇ ਬੱਚੇ ਸ਼ਾਮਲ ਸਨ। ਨਾਰਥ ਮੈਸੇਡੋਨੀਆ ਦੇ ਗ੍ਰੀਸ ਨਾਲ ਲੱਗਦੇ ਬਾਰਡਰ ਤੇ 2 ਟਰੱਕਾਂ ਵਿੱਚ ਤੁੰਨੇ ਹੋਏ 150 ਤੋਂ ਵੱਧ ਮਾਈਗ੍ਰੈਂਟਸ ਫੜੇ ਗਏ ਨੇ। ਭਾਰਤ, ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ ਤੇ ਸੀਰੀਆ ਤੋਂ ਆ ਰਹੇ ਇਹਨਾਂ ਵਿਅਕਤੀਆਂ ਵਿੱਚ ਛੋਟੇ ਬੱਚੇ ਵੀ ਸ਼ਾਮਲ ਸਨ। ਜੁਲਾਈ ਮਹੀਨੇ ਤੋਂ ਹੁਣ ਤੱਕ 567 ਮਾਈਗ੍ਰੈਂਟਸ ਇਸ ਤਰ੍ਹਾਂ ਫੜੇ ਜਾ ਚੁੱਕੇ ਨੇ। ਇਹ ਸਨ ਇਸ ਹਫ਼ਤੇ ਦੀਆਂ ਕੁਝ ਵੱਡੀਆਂ ਖਬਰਾਂ। ਜੇਕਰ ਤੁਹਾਨੂੰ ਪ੍ਰੋਗਰਾਮ ਖਬਰਸਾਰ ਹਫ਼ਤਾਵਾਰ ਪਸੰਦ ਆਇਆ ਹੋਵੇ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਸੈਕਸ਼ਨ ਵਿੱਚ ਤੁਸੀਂ ਆਪਣੇ ਸੁਝਾਅ ਵੀ ਦੇ ਸਕਦੇ ਹੋ। ਹੁਣ ਮਨਿੰਦਰ ਨੂੰ ਦਿਓ ਇਜਾਜ਼ਤ, ਅਗਲੇ ਹਫ਼ਤੇ ਹੋਏਗੀ ਮੁਲਾਕਾਤ।